सुनील जाखड़ ਦੇ ਵੱਡਾ ਐਕਸ਼ਨ ਲੈਣ ਤੋਂ ਬਚੀ ਕਾਂਗਰਸ ਹਾਈ ਕਮਾਨ ਸਿਫਾਰਿਸ਼ ਦੇ ਬਾਵਜੂਦ ਨਹੀਂ ਕੀਤਾ ਸਸਪੈਂਡ ਪਰ ਕਿਸੇ ਵੀ ਅਹੁਦੇ ਤੇ ਨਹੀਂ ਰਹਿਣਗੇ ਜਾਖੜ। प्रतिभा सिंह ਨੂੰ ਮਿਲੀ ਹਿਮਾਚਲ ਕਾਂਗਰਸ ਦੀ ਕਮਾਨ ਸੁਖਵਿੰਦਰ ਸੁੱਖੂ ਨੂੰ ਕੈਂਪੇਨ ਕਮੇਟੀ ਦੀ ਦਿੱਤੀ ਗਈ ਕਮਾਨ ਤਾਂ ਮੁਕੇਸ਼ ਅਗਨੀਹੋਤਰੀ ਬਣੇ ਰਹਿਣਗੇ ਸੀਐਲਪੀ ਲੀਡਰ। ਨਵਜੋਤ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੀਤੀ ਮੁਲਾਕਾਤ ਪੀਕੇ ਦੇ ਨਾਲ ਲਈ ਸੈਲਫੀ ਟਵਿੱਟਰ ਤੇ ਕੀਤੀ ਸਾਂਝੀ ਕਿਹਾ ਪੁਰਾਣੀ ਸ਼ਰਾਬ ਪੁਰਾਣਾ ਸੋਨਾ ਪੁਰਾਣਾ ਦੋਸਤ ਸਭ ਤੋਂ ਬੈਸਟ। ਪੰਜਾਬ ਅਤੇ ਦਿੱਲੀ ਵਿਚਾਲੇ ਹੋਇਆ ਨੌਲੇਜ ਸ਼ੇਅਰਿੰਗ ਸਮਝੌਤਾ ਕੇਜਰੀਵਾਲ ਬੋਲੇ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਦੋਵੇਂ ਸਰਕਾਰਾਂ ਰਲ ਕੇ ਕਰਨਗੀਆਂ ਕੰਮ ਤਾਂ ਸੀਐਮ ਮਾਨ ਨੇ ਕਿਹਾ ਬਿਜਲੀ ਅਤੇ ਖੇਤੀ ਖੇਤਰ ਨੂੰ ਵੀ ਲੈ ਕੇ ਕਰ ਰਹੇ ਹਾਂ ਪਲੈਨਿੰਗ। ਆਮ ਆਦਮੀ ਪਾਰਟੀ ਦੇ ਐਮਓਯੂ ਦੇ ਉੱਤੇ ਵਿਰੋਧੀਆਂ ਨੇ ਚੁੱਕੇ ਸਵਾਲ ਕਿਹਾ ਹੁਣ ਕੇਜਰੀਵਾਲ ਦਾ ਹੋਇਆ ਸਿੱਧਾ ਦਖਲ ਕਾਂਗਰਸ ਬੋਲੀ ਸੂਬੇ ਦੇ ਵਿੱਚ ਪਰਤਿਆ ਅੰਗਰੇਜ਼ਾਂ ਦਾ ਦੌਰ ਅਕਾਲੀ ਦਲ ਨੇ ਕਰਾਰ ਦਿੱਤਾ ਕਾਲਾ ਦਿਨ ਤਾਂ ਬੀਜੇਪੀ ਬੋਲੀ ਇਹ ਹੈ ਮੈਮੋਰੈਂਡਮ ਆਫ ਸਰੈਂਡਰ। ਵਾਇਰਲ ਦਸਤਾਵੇਜ਼ਾਂ ਦੇ ਨਾਲ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਕਿ ਮਾਨ ਨੇ ਕੀਤਾ ਇਤਿਹਾਸਿਕ ਬਲੰਡਰ ਸੀਐਮ ਦਾ ਪਲਟਵਾਰ ਨੌਲੇਜ ਐਗਰੀਮੈਂਟ ਸਮਝਣ ਦੇ ਲਈ ਚਾਹੀਦੀ ਹੈ ਨੌਲੇਜ ਸੁਖਬੀਰ ਨੇ ਦਿਖਾਏ ਨੇ ਜਾਲੀ ਦਫ਼ਤਰ। ਅਸ਼ੋਕ ਖੇਮਕਾ ਦੀ ਸ਼ਿਕਾਇਤ ਦੇ ਉੱਤੇ ਐਫਆਈਆਰ ਦਰਜ ਕਰਵਾਉਣ ਡੀਸੀਪੀ ਦਫ਼ਤਰ ਪਹੁੰਚੇ ਅਨਿਲ ਵਿਜ ਖੇਮਕਾ ਦੀ ਸ਼ਿਕਾਇਤ ਦੇ ਉੱਤੇ ਨਹੀਂ ਦਰਜ ਹੋ ਰਹੀ ਸੀ ਐਫਆਈਆਰ। ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੋਹਾਲੀ ਕੋਰਟ ਤੋਂ ਝਟਕਾ ਕੋਠੀ ਵਾਲੇ ਕੇਸ ਦੇ ਵਿੱਚ ਸੈਣੀ ਦੀ ਜ਼ਮਾਨਤ ਰੱਦ ਵਿਜੀਲੈਂਸ ਕਰਨਾ ਚਾਹੁੰਦੀ ਹੈ ਪੁੱਛਗਿੱਛ। ਰਸਾਇਣਕ ਖੇਤੀ ਨੂੰ ਲੈ ਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਕਿਹਾ ਲਾਲਚ ਦੇ ਵਿੱਚ ਆ ਕੇ ਕਿਸਾਨ ਜ਼ਰੂਰਤ ਤੋਂ ਵੱਧ ਵਰਤ ਰਹੇ ਨੇ ਪੈਸਟੀਸਾਈਡਸ ਅਤੇ ਫਰਟੀਲਾਈਜ਼ਰ ਕਿਸਾਨਾਂ ਨੇ ਕਿਹਾ ਗਲਤ ਬਿਆਨੀ ਕਰ ਰਹੇ ਨੇ ਤੋਮਰ। ਸੰਗਰੂਰ ਦੇ ਪਿੰਡ ਦੁਲੱਟ ਲੌਂਗੋਵਾਲ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ ਕਣਕ ਦਾ ਝਾੜ ਘੱਟ ਨਿਕਲਣ ਤੋਂ ਸੀ ਪਰੇਸ਼ਾਨ 2 ਏਕੜ ਦਾ ਮਾਲਕ ਸੀ ਮ੍ਰਿਤਕ ਭੋਲਾ ਸਿੰਘ। ਤਰਨਤਾਰਨ ਦੀ ਝਬਾਲ ਮੰਡੀ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਆੜਤੀਆਂ ਦੀ ਮੰਗ ਠੇਕੇਦਾਰ ਦਾ ਟੈਂਡਰ ਹੋਵੇ ਰੱਦ ਕਾਰਵਾਈ ਨਾ ਹੋਣ ਤੇ ਸੰਘਰਸ਼ ਦੀ ਚੇਤਾਵਨੀ। 22 ਮਈ ਨੂੰ ਖੁੱਲਣਗੇ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਦੇ ਲਈ ਰਾਹ ਖੋਲ ਰਹੇ ਭਾਰਤੀ ਫੌਜ ਦੇ ਜਵਾਨ ਹੇਮਕੁੰਟ ਸਾਹਿਬ ਦੇ ਰਸਤੇ ਤੋਂ ਹਟਾਈ ਜਾ ਰਹੀ ਬਰਫ਼। ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਪ੍ਰਾਈਮ ਟਾਈਮ ਦਾ ਆਗਾਜ਼ ਅੱਜ ਕਰਾਂਗੇ ਸੁਨੀਲ ਜਾਖੜ ਦੇ ਨਾਲ। ਜਾਖੜ ਦੇ ਉੱਤੇ ਵੱਡੇ ਐਕਸ਼ਨ ਨੂੰ ਲੈ ਕੇ ਕਿਆਸ ਲੱਗ ਰਹੇ ਸੀ ਪਰ ਕਾਂਗਰਸ ਹਾਈ ਕਮਾਨ ਨੇ ਐਕਸ਼ਨ ਤੋਂ ਬਚਾ ਹੀ ਰੱਖਿਆ। ਜਾਖੜ ਤੇ ਵੱਡੇ ਐਕਸ਼ਨ ਤੋਂ ਬਚੀ ਹੈ ਕਾਂਗਰਸ ਹਾਈ ਕਮਾਨ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ ਸਿਫਾਰਿਸ਼ ਜੋ ਅਨੁਸ਼ਾਸਨੀ ਕਮੇਟੀ ਸੀ ਉਸ ਦੀ ਸਿਫਾਰਿਸ਼ ਦੇ ਬਾਵਜੂਦ ਜਾਖੜ ਨੂੰ ਸਸਪੈਂਡ ਨਹੀਂ ਕੀਤਾ ਗਿਆ। ਹਾਂ ਪਾਰਟੀ ਦੇ ਵਿੱਚ ਜਾਖੜ ਦੇ ਕੋਲ ਕੋਈ ਅਹੁਦਾ ਨਹੀਂ ਰਹੇਗਾ ਇਹ ਜ਼ਰੂਰ ਕਹਿ ਦਿੱਤਾ ਗਿਆ। ਅਨੁਸ਼ਾਸਨੀ ਕਮੇਟੀ ਨੇ ਜਾਖੜ ਦੇ ਖਿਲਾਫ ਸਿਫਾਰਿਸ਼ ਕੀਤੀ ਸੀ ਜਾਖੜ ਨੂੰ 2 ਸਾਲ ਦੇ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਜਾਖੜ ਤੇ ਇੱਕ ਵਰਗ ਦੇ ਖਿਲਾਫ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਸਨ। ਕਾਂਗਰਸ ਦੇ ਅੰਦਰੋਂ ਹੀ ਆਵਾਜ਼ਾਂ ਉੱਠੀਆਂ ਜਿਨ੍ਹਾਂ ਉੱਠਦੀਆਂ ਆਵਾਜ਼ਾਂ ਦੇ ਵਿਚਾਲੇ ਇਹ ਪੂਰਾ ਮਾਮਲਾ ਹਾਈ ਕਮਾਨ ਦੇ ਕੋਲ ਪਹੁੰਚ ਗਿਆ ਤੇ ਹਾਈ ਕਮਾਨ ਨੇ ਅਨੁਸ਼ਾਸਨੀ ਕਮੇਟੀ ਦੇ ਕੋਲ ਇਸ ਪੂਰੇ ਇਸ਼ੂ ਨੂੰ ਭੇਜ ਦਿੱਤਾ ਤਾਂ ਜਾਖੜ ਦੇ ਉੱਤੇ ਮੰਥਨ ਤੋਂ ਬਾਅਦ ਦਰਅਸਲ ਸੁਨੀਲ ਜਾਖੜ ਨੂੰ ਕਾਰਨ ਦੱਸਣ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਦਾ ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੀ ਬੈਠਕ ਹੋਈ ਤੇ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਜਾਂ ਕਹੀਏ ਕਿ ਸਿਫਾਰਿਸ਼ ਕਰਨ ਦਾ ਫੈਸਲਾ ਲਿਆ ਗਿਆ ਕਿ ਜਾਖੜ ਨੂੰ 2 ਸਾਲ ਦੇ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਜਾਵੇ। ਹਾਈ ਕਮਾਨ ਨੂੰ ਲਿਖਤੀ ਤੌਰ ਤੇ ਭੇਜ ਦਿੱਤਾ ਗਿਆ ਕਿ ਜਾਖੜ ਦੇ ਖਿਲਾਫ ਸਸਪੈਂਸ਼ਨ ਦੀ ਸਿਫਾਰਿਸ਼ ਪਾਰਟੀ ਨੂੰ ਕੀਤੀ ਜਾ ਰਹੀ ਹੈ ਹਾਈ ਕਮਾਨ ਨੂੰ ਕੀਤੀ ਜਾ ਰਹੀ ਹੈ ਅਨੁਸ਼ਾਸਨੀ ਕਮੇਟੀ ਦੇ ਵੱਲੋਂ। ਇਸ ਸਵੇਰ ਦਾ ਪੂਰਾ ਅਪਡੇਟ ਹੈ ਦੁਪਹਿਰ ਦੇ ਸਮੇਂ ਜਾਖੜ ਦੀ ਸਟੇਟਮੈਂਟ ਆਉਂਦੀ ਹੈ ਕਾਂਗਰਸ ਨੂੰ ਗੁੱਡ ਲੱਕ ਕਹਿੰਦੇ ਨੇ ਤੇ ਫਿਰ ਸ਼ਾਮ ਹੁੰਦੇ ਹੁੰਦੇ ਹਾਈ ਕਮਾਨ ਦਾ ਫੈਸਲਾ ਵੀ ਸਭ ਦੇ ਸਾਹਮਣੇ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਤਾਂ ਜਾਖੜ ਦਾ ਕੱਦ ਪੰਜਾਬ ਦੇ ਵਿੱਚ ਕਿੰਨਾ ਵੱਡਾ ਹੈ ਸਿਆਸਤ ਦੇ ਵਿੱਚ ਇਹ ਕਾਂਗਰਸ ਹਾਈ ਕਮਾਨ ਬਾਖੂਬੀ ਸਮਝਦੀ ਹੈ ਤੇ ਸ਼ਾਇਦ ਉਸ ਦਾ ਹੀ ਨਤੀਜਾ ਹੈ ਕਿ ਜਾਖੜ ਦੇ ਉੱਤੇ ਸਿੱਧੇ ਤੌਰ ਤੇ ਕੋਈ ਐਕਸ਼ਨ ਲੈਣ ਤੋਂ ਬਚਦੇ ਹੀ ਨਜ਼ਰ ਆਏ ਨੇ ਕਾਂਗਰਸ ਦੇ ਹਾਈ ਕਮਾਨ ਦੇ ਅਹੁਦੇਦਾਰ। ਤਾਂ ਸਿੱਧੇ ਤੌਰ ਤੇ ਪਹਿਲਾਂ ਕਿਆਸ ਲਗਾਏ ਜਾ ਰਹੇ ਸੀ ਕਿ ਜਾਖੜ 2 ਸਾਲ ਦੇ ਲਈ ਸਸਪੈਂਡ ਪਾਰਟੀ ਦੇ ਵਿੱਚੋਂ ਕਰ ਦਿੱਤੇ ਜਾਣਗੇ। ਹੁਣ ਤੁਸੀਂ ਜਾਖੜ ਦਾ ਕੱਦ ਕਹੋ ਜਾਂ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੀ ਸਥਿਤੀ ਕਹੋ ਜਾਂ ਪੰਜਾਬ ਦੇ ਵਿੱਚ ਸੱਤਾ ਖੁੰਝਣ ਦੀ ਵਜ੍ਹਾ ਕਹੋ ਕੋਈ ਵੀ ਵਜ੍ਹਾ ਬਣੀ ਹੋਵੇ ਪਰ ਇੱਕ ਚੀਜ਼ ਸਾਫ਼ ਹੈ ਕਿ ਜਾਖੜ ਨੂੰ ਪਾਰਟੀ ਤੋਂ ਲਾਂਭੇ ਕਰਨਾ ਇਸ ਸਮੇਂ ਹਾਈ ਕਮਾਨ ਨੂੰ ਤਾਂ ਸਹੀ ਨਹੀਂ ਲੱਗ ਰਿਹਾ। ਹਾਂ ਜਾਖੜ ਨੂੰ ਇਹ ਜ਼ਰੂਰ ਕਹਿ ਦਿੱਤਾ ਗਿਆ ਜਾਖੜ ਦੇ ਲਈ ਐਕਸ਼ਨ ਬਸ ਇੰਨਾ ਹੀ ਹੋਇਆ
ਕਿ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਗਿਆ, ਅਹੁਦਾ ਉਹਨਾਂ ਦੇ ਹੁਣ ਕੋਲ ਕੋਈ ਵੀ ਨਹੀਂ ਹੋਏਗਾ। ਪਰ ਜੇ ਪ੍ਰੈਕਟੀਕਲ ਤੌਰ ਤੇ ਦੇਖਿਆ ਜਾਵੇ ਤਾਂ ਜਾਖੜ ਦੇ ਕੋਲ ਅਹੁਦੇ ਕਿਹੜੇ ਰਹੇ ਨੇ? ਜਾਖੜ ਦੇ ਕੋਲ ਅਹੁਦਾ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ, ਜੋ ਪਹਿਲਾਂ ਹੀ ਜਾ ਚੁੱਕਾ ਹੈ, ਸਿੱਧੂ ਨੂੰ ਦਿੱਤਾ ਸੀ। ਸਿੱਧੂ ਤੋਂ ਬਾਅਦ ਹੁੰਦਾ ਹੋਇਆ ਰਾਜਾ ਵੜਿੰਗ ਦੇ ਕੋਲ ਪਹੁੰਚ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਪੰਜਾਬ ਦੇ ਵਿੱਚ ਚੋਣਾਂ ਸੀ, ਚੋਣਾਂ ਤੋਂ ਪਹਿਲਾਂ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਤੇ ਜਦੋਂ ਚੇਅਰਮੈਨ ਬਣਾਇਆ ਗਿਆ ਉਹ ਅਹੁਦਾ ਤਾਂ ਦਿੱਤਾ ਗਿਆ, ਪਰ ਇਲੈਕਸ਼ਨ ਖਤਮ ਹੋ ਗਏ ਨੇ ਤਾਂ ਕੈਂਪੇਨ ਕਮੇਟੀ ਦਾ ਕੋਈ ਵਜੂਦ ਹੀ ਨਹੀਂ ਰਹਿੰਦਾ। ਉਹ ਬਿਲਕੁਲ ਇਲੈਕਸ਼ਨ ਦੇ ਲਈ ਬਣਾਈ ਜਾਂਦੀ ਹੈ, ਤਾਂ ਇੱਕ ਤਰੀਕੇ ਨਾਲ ਉਹ ਵੀ ਅਹੁਦਾ ਖਤਮ ਹੋ ਗਿਆ। ਤੇ ਜਾਖੜ ਦੇ ਹੁਣ ਕੋਲ ਅਹੁਦਾ ਕਿਹੜਾ ਸੀ? ਇੱਕ ਵੱਡਾ ਸਵਾਲ ਹੈ ਕਿ ਜੇ ਕਿਹਾ ਜਾ ਰਿਹਾ ਕਿ ਜਾਖੜ ਤੋਂ ਅਹੁਦੇ ਸਾਰੇ ਲੈ ਲਏ ਗਏ ਨੇ, ਸਸਪੈਂਡ ਨਹੀਂ ਕੀਤਾ ਗਿਆ, ਤਾਂ ਫਿਰ ਹੁਣ ਸਵਾਲ ਇਹ ਹੈ ਕਿ ਉਹ ਅਹੁਦਿਆਂ ਦਾ ਜ਼ਿਕਰ ਕਰ ਦਿੱਤਾ ਗਿਆ ਜੋ ਜਾਖੜ ਕੋਲ ਹੈ ਹੀ ਨਹੀਂ। ਅਹੁਦੇ ਤਾਂ ਸਾਰੇ ਲੈ ਲਏ ਗਏ, ਪਰ ਕਿਹੜੇ, ਕਿੰਨੇ ਅਹੁਦੇ ਸੀ ਜਾਖੜ ਦੇ ਕੋਲ? ਕਿ ਇਸ ਸਮੇਂ ਕਾਂਗਰਸ ਦੇ ਅੰਦਰ ਸੁਨੀਲ ਜਾਖੜ ਦੇ ਕੋਲ ਕੋਈ ਅਹੁਦਾ ਸੀ ਜਾਂ ਕਈ ਅਹੁਦੇ ਸੀ? ਕੋਈ ਵੱਡਾ ਅਹੁਦਾ ਸੀ ਜਿਹੜਾ ਵਾਪਸ ਲੈ ਕੇ ਉਹਨਾਂ ਦੇ ਉੱਤੇ ਐਕਸ਼ਨ ਕਾਂਗਰਸ ਹਾਈ ਕਮਾਨ ਨੇ ਕਰ ਦਿੱਤਾ? ਤਾਂ ਸਪਸ਼ਟ ਹੈ ਕਿ ਅਹੁਦਾ ਤਾਂ ਕੋਈ ਨਜ਼ਰ ਨਹੀਂ ਆਉਂਦਾ ਫਿਲਹਾਲ ਜਾਖੜ ਦੇ ਕੋਲ ਜੋ ਵਾਪਸ ਲੈ ਲਿਆ ਗਿਆ, ਪਰ ਜਾਖੜ ਦਾ ਕੱਦ ਇਸ ਸਮੇਂ ਵੱਡਾ ਜ਼ਰੂਰ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਅੰਦਰ, ਕਿ ਜੇ ਜਾਖੜ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਫਿਰ ਇੱਕ ਵੱਡਾ ਚੈਲੰਜ ਕਾਂਗਰਸ ਹਾਈ ਕਮਾਨ ਦੇ ਸਾਹਮਣੇ ਵੀ ਜ਼ਰੂਰ ਹੈ। ਜਾਖੜ ਦਾ ਬਿਆਨ ਤੁਹਾਨੂੰ ਸੁਣਾਵਾਂਗੇ ਜੋ ਸਿਫਾਰਿਸ਼ ਤੋਂ ਬਾਅਦ ਆਇਆ ਸੀ, ਯਾਨੀ ਇਸ ਖਬਰ ਤੋਂ ਪਹਿਲਾਂ ਦਾ ਉਹ ਬਿਆਨ ਹੈ। ਪਰ ਉਸ ਤੋਂ ਪਹਿਲਾਂ ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਰਵੀ सिसोदिया ਸਾਡੇ ਨਾਲ जुड़ रहे हैं दिल्ली तो। रवि, ये एक्शन कहे या एक्शन से बच गई कांग्रेस हाईकमान, ये कहा जाए, क्योंकि जाखड़ के पास पद कौन सा है कांग्रेस में, इसके ऊपर भी एक क्वेश्चन मार्क है। और जाखड़ की टिप्पणियों के बीच सिफारिश सस्पेंशन की थी और कांग्रेस ने वो की नहीं। बिल्कुल, देखिए, जब आज बैठक हो रही थी अनुशासन समिति की, उस बैठक के दौरान ही जो कमेटी के सदस्य थे उनमें एक राय नहीं बन रही थी। बैठक के दौरान ही कुछ सदस्यों का मानना था कि सुनील जाखड़ एक बड़े नेता हैं, पंजाब के वहाँ के पूर्व अध्यक्ष रहे हैं, तो ऐसे में उनके ऊपर बड़ी कार्रवाई को लेकर रिकमेंड ना किया जाए। हालांकि रिकमेंड जरूर किया गया था, 3 उनके पास मसले आए थे, पंजाब का, मेघालय का और साथ ही साथ केरल का मसला था, लेकिन बहुत कड़ी कार्रवाई को लेकर रिकमेंड नहीं किया गया। हालांकि जिस तरह से जो फैसला हाईकमान की तरफ से, जो कांग्रेस अध्यक्ष की तरफ से लिया गया है कि उनको सभी पदों से हटाया जाए, फिलहाल सुनील जाखड़ कोई भी पद पे नहीं थे, ना ही वो प्रदेश अध्यक्ष थे, ना ही वो किसी पद पे थे। तो ऐसे में ये फैसला जो लिया गया है वो ये कहा जा सकता है कि पूरी तरह से उनको एक बार छूट दी गई है, एक बार उनको एक वार्निंग की तरह इसको देखा जा रहा है। कोई कड़ा फैसला नहीं लिया गया पार्टी की तरफ से। पहले माना जा रहा था कि कड़ा फैसला लिया, उनको सस्पेंड किया सकता है या निलंबित किया सकता है, लेकिन जिस तरह फैसला लिया गया है वो इस बात की तरफ इशारा करता है कि सुनील जाखड़ का कद काफी बड़ा है और कांग्रेस फिलहाल कोई भी बड़े फैसले लेने के पक्ष में नहीं थी, या यूं कहें कि लेने के पक्ष को लेकर भी अभी जिस तरह से लगातार कांग्रेस के जो लीडर्स हैं वो पार्टी छोड़कर दूसरी पार्टी में जा रहे थे, तो ऐसे में बड़ा जोखिम कांग्रेस ने उठाना चाहती थी। पंजाब के लिए सुनील जाखड़ बड़ा चेहरा था, अगर उनको उनके ऊपर किसी तरह का बड़ा एक्शन लिया जाता पार्टी की तरफ से तो कहीं न कहीं बड़ा जोखिम भी होता है, और इसी बाबत इस तरह का फैसला लिया गया। शुक्रिया, धन्यवाद आपका हमारे साथ जुड़ने के लिए। इस विचाले साडे नाल संदीप जाखड़ जुड़ रहे हैं, कांग्रेस के विधायक ने, जाखड़ परिवार नाल ताल्लुक रखते हैं, भतीजे ने सुनील जाखड़ दे। संदीप जी, स्वागत है तुहाडा। फर्स्ट रिएक्शन देखो, कांग्रेस हाईकमान ने एक्शन लेना सी, लग रहा सी कि सस्पेंशन हो जाएगी, सस्पेंशन नहीं हुई, और किते ना किते सुनील जाखड़ दा कद एक बार फिर तो बड़ा नजर आया। इसनूं इस तरह नाल देखिया जा रहा। तुहाडा फर्स्ट रिएक्शन? नहीं गौरव जी, मैं वेखी नहीं जिहड़ी तुसीं गल कर रहे हो, लेकिन मैं हुण भी उस गल ते स्टैंड करदा भी आ जिहड़ा जिस तरीके नाल सारी कार्रवाई हुई है बहुत एक मंदभागा फैसला सी एंड बड़ा एक गलत सिग्नल गया, क्योंकि बार बार मैं उसे गल ते वापस आंदा। ਆਪਾਂ ਕਾਂਗਰਸ ਪਾਰਟੀ ਡਿਸਪਲਿਨ ਦੀ ਗੱਲ ਕਰ ਰਹੀ ਹੈ ਤੇ ਡਿਸਪਲਿਨ ਮੀਨਸ ਵੀ ਤੁਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਵੇ। ਕਾਂਗਰਸ ਪਾਰਟੀ ਦੀ ਹੋਂਦ ਦਾ ਖਤਰਾ ਹੈ। ਅੱਜ ਦੇ ਦਿਨ ਅਸੀਂ ਮੰਥਨ ਚੱਲ ਰਿਹਾ ਹੈ ਹਰ ਪਾਸੇ ਹੀ ਪਾਰਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ, ਐਂਡ ਸੁਨੀਲ ਜੀ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਹਮੇਸ਼ਾ ਕਾਂਗਰਸ ਪਾਰਟੀ ਦੀ ਮਤਲਬ ਮਜ਼ਬੂਤੀ ਨਾਲ ਗੱਲ ਰੱਖੀ ਹੈ। ਜੇ ਉਹਨਾਂ ਦੇ ਜਿਹੜੇ ਰਾਜਨੀਤਿਕ ਵਿਰੋਧੀ ਵੀ ਹੈ ਜਿਹੜੇ, ਉਹ ਵੀ ਉਹਨਾਂ ਦੀ ਮਤਲਬ ਜਿਹੜੀ ਇਮਾਨਦਾਰੀ ਹੈ ਇੱਕ ਮਿਸਾਲ ਹੈ ਪੰਜਾਬ ਦੇ ਵਿੱਚ, ਉਹਨਾਂ ਦੀ ਪਾਰਟੀ ਦੇ ਪ੍ਰਤੀ ਡੈਡੀਕੇਸ਼ਨ। लेकिन जिस तरीके नाल सारी कार्रवाई हुई, सारे न्यूज़ चैनल से भी आई सवाल है भी जेड़ा जिस कारण नाल उन्हां नूं नोटिस दिता गया सी, मतलब वो जेड़ा नोटिस सीगा भी उन्हां ने इलैक्शनां दे दौरान कुछ ਇਹ जी गल्लां कीती जिहदे नाल पार्टी नूं नुकसान होया। एंड मेरा एज अ कांग्रेस वर्कर, मैं एज अ MLA नहीं गल कर रहा, एज सुनील जी दा फैमिली मैंबर नहीं गल कर रहा, मैं एज अ कांग्रेस वर्कर मेरे मन च भी सवाल उठिया
ਵੀ ਗੱਲਾਂ ਤਾਂ ਬਹੁਤ ਲੋਕਾਂ ਨੇ ਕੀਤੀ, ਸਟੇਜਾਂ ਤੋਂ ਕੀਤੀ, ਉਹ ਸਾਰੀ ਗੱਲਾਂ ਪਬਲਿਕ ਡੋਮੇਨ 'ਚ ਕਿਹਨੇ ਕੀ ਕਿਹਾ ਨਹੀਂ ਕਿਹਾ। ਪਾਰਟੀ ਦੀ ਜਿਹੜੀ ਟਿਕਟਾਂ ਦੇ ਵੰਡ ਦੇ ਉੱਤੇ ਸਵਾਲ ਉੱਠੇ, MP ਦੇ ਸਵਾਲ ਉਠਾਏ, ਮਤਲਬ ਕਿਹਨੇ ਕਿਸ ਸਟੇਜ ਤੋਂ ਕੈਂਪੇਨਿੰਗ ਕੀਤੀ, ਆਫੀਸ਼ੀਅਲ ਪਾਰਟੀ ਦੇ ਕੈਂਡੀਡੇਟਸ ਦੇ ਖਿਲਾਫ ਕੈਂਪੇਨਿੰਗ ਹੋਈ, ਉਹ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ। ਸੋ ਵਾਈ ਵਾਸ ਸੁਨੀਲ ਜਾਖੜ ਜੀ ਸਿੰਗਲਡ ਆਊਟ? ਉਹ ਕਾਂਗਰਸੀ ਟਕਸਾਲੀ ਸੀ ਇਸ ਕਰਕੇ, ਕੋਈ ਉਹਨਾਂ ਦੀ ਮਤਲਬ ਕਿਉਂਕਿ ਅੱਜ ਤੱਕ ਪੰਜਾਬ ਦੇ ਵਿੱਚ ਜਿੰਨਾ ਮੈਂ ਵੇਖਿਆ ਅੱਜ ਤੱਕ ਹਿੰਦੂ ਸਿੱਖ ਦੀ ਗੱਲ ਨਹੀਂ ਆਈ, ਕਿੱਥੋਂ ਸ਼ੁਰੂ ਹੋਈ ਆ ਗੱਲ। ਸੋ ਇਹ ਸਾਰੀ ਗੱਲਾਂ ਪਬਲਿਕ ਡੋਮੇਨ 'ਚ ਹੈ। ਉਸ ਗੱਲ ਦਾ ਮੈਨੂੰ ਸੱਟ ਵੱਜੀ ਵੀ ਸਾਡਾ ਟਕਸਾਲੀ ਪਰਿਵਾਰ ਹੈ। ਤੁਹਾਡੀ ਸਟੇਟਮੈਂਟ ਐਵੇਂ ਲੱਗ ਰਹੀ ਹੈ ਸੰਦੀਪ ਜੀ ਕਿ ਇੱਕ ਲੌਬਿੰਗ ਹੋ ਗਈ ਜਾਖੜ ਦੇ ਖਿਲਾਫ ਕਾਂਗਰਸ ਦੇ ਅੰਦਰ ਹੀ, ਤੁਸੀਂ ਇਹ ਮਹਿਸੂਸ ਕਰ ਰਹੇ ਹੋ? ਲੌਬਿੰਗ ਮੈਂ ਨਹੀਂ ਕਹਿ ਰਿਹਾ ਲੌਬਿੰਗ ਹੋ ਰਹੀ ਹੈ ਨਹੀਂ ਹੋ ਰਹੀ, ਬਟ ਆ ਪਾਰਟੀ ਨੂੰ ਵੇਖਣਾ ਨਾ, ਤਾਂ ਪਾਰਟੀ ਦਾ ਕੰਮ ਹੈ ਵੀ ਜੇ ਤੁਸੀਂ ਕੋਈ ਨੋਟਿਸ ਕੱਢ ਰਹੇ ਹੋ, ਜਿਵੇਂ ਮੈਂ ਅਗੇਨ ਆਈ ਐਮ ਸੇਇੰਗ, ਇਹ ਜਿਹੜੀ ਗੱਲਾਂ ਜਿਹੜੇ ਸਾਰੇ ਲੀਡਰਾਂ ਨੇ ਆ ਜਿਹੜੀ ਗੱਲਾਂ ਕੀਤੀ ਇਲੈਕਸ਼ਨਾਂ ਦੇ ਦੌਰਾਨ, ਆ ਪਬਲਿਕ ਡੋਮੇਨ 'ਚ ਕੋਈ ਲੁਕ ਛਿਪ ਕੇ ਗੱਲ ਨਹੀਂ ਹੋਈ, ਮਤਲਬ ਜਿਹਨੇ ਸਵਾਲ ਉਠਾਏ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ। ਸੋ ਵਾਈ ਵਾਸ ਸੁਨੀਲ ਜਾਖੜ ਜੀ ਸਿੰਗਲਡ ਆਊਟ? ਮੇਰਾ ਤਾਂ ਆਹ ਸਵਾਲ ਹੈ, ਮੇਰੇ ਮਨ 'ਚ ਆਹ ਸਵਾਲ ਹੈ। ਕੱਲ ਨੂੰ ਅੱਜ ਸੁਨੀਲ ਜਾਖੜ ਜੀ ਦੇ ਉੱਤੇ ਸਵਾਲ ਉਠਾਤੇ, ਉਹਨਾਂ ਨੂੰ ਕੱਲਿਆਂ ਨੂੰ ਸਿੰਗਲ ਆਊਟ ਕਰਤਾ, ਫਿਰ ਤਾਂ ਕੱਲ ਨੂੰ ਕਿਸੇ ਨੂੰ ਵੀ ਕਰ ਦੇਣਗੇ। ਆਰ ਦੇ ਟਰਾਈਂਗ ਟੂ ਕੀ ਹੈ, ਉਹਨਾਂ ਦੀ ਵਫਾਦਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੈ, ਜਾਂ ਕੋਈ ਕਿਸੇ ਪਾਰਟਿਕੂਲਰ ਧਰਮ ਨਾਲ ਉਹ ਸੰਬੰਧ ਰੱਖਦੇ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਹੈ। ਪਤਾ ਤਾਂ ਲੱਗੇ ਵੀ ਵਾਈ, ਮਤਲਬ ਮੇਰੇ ਮਨ 'ਚ ਆਈ ਸਵਾਲ ਹੈ ਵੀ ਵਾਈ ਵਾਸ ਹੀ ਸਿੰਗਲਡ ਆਊਟ? ਉਹਨਾਂ ਨੂੰ ਕੱਲਿਆਂ ਨੂੰ ਕਿਉਂ ਨੋਟਿਸ ਭੇਜਿਆ? ਨਹੀਂ ਸੰਦੀਪ ਜੀ, ਮੈਨੂੰ ਲੱਗਦਾ ਕਿ ਤੁਹਾਡੇ ਤੱਕ ਉਹ ਪੂਰੀ ਗੱਲ ਵੀ ਨਹੀਂ ਪਹੁੰਚੀ। ਜਿਹੜੇ ਹੁਣੀ ਕਾਂਗਰਸ ਹਾਈ ਕਮਾਨ ਦੇ ਵੱਲੋਂ ਬਿਆਨ ਜਾਰੀ ਹੋਏ ਨੇ, ਉਸ ਦੇ ਵਿੱਚ ਇਹ ਹੈ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਸਸਪੈਂਸ਼ਨ ਤਾਂ ਕੋਈ ਨਹੀਂ ਹੋਈ ਸੁਨੀਲ ਜਾਖੜ ਦੀ, ਹਾਂ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਜ਼ਰੂਰ ਹਟਾ ਦਿੱਤਾ ਗਿਆ। ਉਹਨਾਂ ਦੇ ਕੋਲ ਕਿਹੜਾ ਅਹੁਦਾ ਸੀ? ਨਹੀਂ, ਕੀ ਅਹੁਦਾ ਹੈ ਜੀ ਜਾਖੜ ਸਾਹਿਬ? ਮੈਂ ਤਾਂ ਉਹੀ ਜਾਣਨਾ ਚਾਹ ਰਿਹਾ, ਲੋਕ ਜਾਣਨਾ ਚਾਹੁੰਦੇ ਨੇ ਕਿ ਕਿਹੜਾ ਅਹੁਦਾ ਉਹਨਾਂ ਦੇ ਕੋਲ। ਆ ਵੀ ਇੱਕ ਇੰਨੀ ਵੱਡੀ ਹੈਰਾਨਗੀ ਦੀ ਗੱਲ ਹੈ ਵੀ ਪਾਰਟੀ ਨੂੰ ਪਤਾ ਹੀ ਨਹੀਂ ਵੀ ਸੁਨੀਲ ਜਾਖੜ ਜੀ ਕੋਲੇ ਅੱਜ ਅਹੁਦਾ ਕੀ ਹੈ। ਅੱਜ ਤੋਂ ਮਹੀਨੇ ਪਹਿਲੇ ਜਾਖੜ ਸਾਹਿਬ ਨੇ ਕਲੀਅਰਲੀ ਗੱਲ ਕਰਤੀ ਸੀ ਵੀ ਮੈਂ ਮਤਲਬ ਐਕਟਿਵ ਪੋਲਿਟਿਕਸ ਤੋਂ ਮੈਂ ਰਿਟਾਇਰ ਹੁੰਦਾ, ਉਹਦੇ ਬਾਵਜੂਦ ਜਾਖੜ ਸਾਹਿਬ ਨੂੰ ਨੋਟਿਸ ਭੇਜਿਆ ਜਾਂਦਾ ਹੈ, ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਂਦੇ ਹੈ, ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਮਤਲਬ ਕਿਸੇ ਜਾਤੀ ਨਾਲ ਜੋੜਿਆ ਜਾਂਦਾ ਹੈ, ਜੋ ਸਾਰਾ ਪਬਲਿਕ ਡੋਮੇਨ 'ਚ ਹੈ। ਮੈਂ ਤਾਂ ਹੈਰਾਨ ਆ, ਪਾਰਟੀ ਕਹਿ ਰਹੀ ਵੀ ਕੋਈ ਅਹੁਦਾ ਹੈ, ਕਿਹੜਾ ਅਹੁਦਾ ਉਹਨਾਂ ਕੋਲੇ ਅੱਜ ਦੇ ਦਿਨ ਤੱਕ? ਮੈਨੂੰ ਤਾਂ ਕੋਈ ਪਤਾ ਨਹੀਂ ਕਿਹੜਾ ਅਹੁਦਾ ਹੈ। ਕਾਂਗਰਸ ਹਾਈ ਕਮਾਨ ਦੇ ਵੱਲੋਂ ਜਿਹੜਾ ਡਿਸੀਜਨ ਲਿਆ ਗਿਆ ਉਹ ਕਿਤੇ ਨਾ ਕਿਤੇ ਜਾਖੜ ਦੇ ਪੱਖ ਦੇ ਵਿੱਚ ਹੈ। ਨਹੀਂ ਦੇਖੋ, ਅੱਜ ਸਵਾਲ ਆ ਨਹੀਂ ਹੈ ਜੀ ਵੀ ਫੈਸਲਾ ਉਹਨਾਂ ਦੇ ਖਿਲਾਫ ਹੈ। ਸਵਾਲ ਆ ਹੈ ਵੀ ਆ ਸਿਚੁਏਸ਼ਨ ਕਿਵੇਂ ਇਸ ਮੁਕਾਮ ਤੱਕ ਕਿਵੇਂ ਪਹੁੰਚੇ, ਕਿਉਂ? ਮਤਲਬ ਜਦੋਂ ਇਲੈਕਸ਼ਨ ਦੇ ਦੌਰਾਨ ਅਗਰ ਬਿਆਨਬਾਜ਼ੀਆਂ ਹੋ ਰਹੀ ਸੀ ਤੇ ਪਾਰਟੀ ਹਾਈ ਕਮਾਂਡ ਕਿੱਥੇ ਸੀ ਉਸ ਟਾਈਮ? ਇਟ ਇਜ਼ ਅ ਰਿਸਪੌਂਸਿਬਿਲਿਟੀ, ਪਾਰਟੀ ਦੇ ਇੰਚਾਰਜ ਹੈ ਕਿੱਥੇ ਸੀਗੇ ਉਸ ਟਾਈਮ? ਕਿਉਂ ਨਹੀਂ ਕੋਈ ਗੱਲ ਕੀਤੀ ਗਈ ਲੀਡਰਾਂ ਨਾਲ? ਬਹੁਤ ਸਾਰੇ ਲੀਡਰ ਬਿਆਨ ਕਰ ਰਹੇ ਸੀ, MLAs, MPs, ਮੰਤਰੀ, ਬਹੁਤ ਕੁਝ ਕਿਹਾ ਜਾ ਰਿਹਾ ਸੀ। ਤੇ ਉਹਦੇ ਬਾਅਦ ਇਲੈਕਸ਼ਨਾਂ ਦੇ ਬਾਅਦ ਜਦੋਂ ਸੁਨੀਲ ਜੀ ਨੇ ਕਹਿਤਾ ਵੀ ਆਮ ਆਊਟ ਆਫ ਐਕਟਿਵ ਪੋਲਿਟਿਕਸ, ਫਿਰ ਆ ਕਿੱਥੋਂ ਸਾਰੀ ਗੱਲ ਸ਼ੁਰੂ ਹੋਈ? ਫਿਰ ਅੱਜ ਜਿਵੇਂ ਵੇਰਕਾ ਸਾਹਿਬ ਨੇ ਵੀ ਕਿਹਾ, ਜਿਹੜੀ ਇੱਕ ਜਾਤੀ ਵਾਲੀ ਗੱਲ ਉਹਨਾਂ ਨਾਲ ਜੋੜੀ ਗਈ ਉਹਨਾਂ ਦੇ ਬਿਆਨ ਨਾਲ, ਵੇਰਕਾ ਸਾਹਿਬ ਨੇ ਅੱਜ ਗੱਲ ਕੀਤੀ ਵੀ ਜਦੋਂ ਸੁਨੀਲ ਜੀ ਨੇ ਉਹਦੀ ਵੀ ਸਫਾਈ ਦਿੱਤੀ, ਉਹਨਾਂ ਨੇ ਆਪਣਾ ਪੱਖ ਰੱਖਿਆ ਵੀ ਕਿਵੇਂ ਕੀ ਉਹ ਕਹਿਣਾ ਚਾਹ ਰਹੇ ਸੀ, ਕਿਸ ਕੰਟੈਕਸਟ 'ਚ ਕਹਿਣਾ ਚਾਹ ਰਹੇ ਸੀ। ਫਿਰ ਉੱਥੇ ਵਾਰਾਣਸੀ ਜਾਂਦੇ ਹੈ, ਗੁਰੂ ਰਵਿਦਾਸ ਜੀ ਦੇ ਮੰਦਿਰ ਜਾਂਦੇ ਹੈ, ਉੱਥੇ ਮੱਥਾ ਟੇਕ ਕੇ ਅਗੇਨ ਕਲੈਰੀਫਿਕੇਸ਼ਨ ਦਿੰਦੇ ਹੈ। ਸੋ ਉਹਦੇ ਬਾਅਦ ਫੇਰ ਗੱਲ ਨੂੰ ਮਤਲਬ ਉਛਾਲਿਆ ਜਾਂਦਾ ਹੈ। ਸੋ ਕਿੱਥੋਂ ਆਈ ਇਹ ਗੱਲਾਂ? ਉਹ ਮਤਲਬ ਐਂਡ ਮੈਂ ਇਸ ਕਰਕੇ ਨਹੀਂ, ਅਗੇਨ ਬਿਕੋਜ਼ ਸੁਨੀਲ ਜੀ ਦੇ ਮੈਂ ਪਰਿਵਾਰ ਤੋਂ ਬਿਲੋਂਗ ਕਰਦਾ, ਲੇਕਿਨ ਐਜ਼ ਅ ਕਾਂਗਰਸ ਵਰਕਰ ਤੀਜੀ ਪੀੜ੍ਹੀ ਅਸੀਂ ਕਾਂਗਰਸ ਦੇ ਨਾਲ ਜੁੜੇ ਹੋਏ ਆ, ਯੂਥ ਕਾਂਗਰਸ ਤੋਂ ਮੈਂ ਸ਼ੁਰੂਆਤ ਕੀਤੀ ਹੈ। ਸੋ ਡੈਫੀਨੇਟਲੀ ਮਤਲਬ ਗੁੱਸਾ ਵੀ ਆਉਂਦਾ ਹੈ ਵੀ ਇੰਨਾ ਕੁਛ ਫੇਰ ਕਿਉਂ, ਵਾਈ? ਠੀਕ ਹੈ ਸੰਦੀਪ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸੁਨੀਲ ਜਾਖੜ ਦੇ ਪਰਿਵਾਰ ਦੇ ਨਾਲ ਨੇ ਤਾਲੁਕ ਰੱਖਦੇ ਸੰਦੀਪ ਜਾਖੜ ਵਿਧਾਇਕ ਨੇ ਇਸ ਸਮੇਂ ਅਬੋਹਰ ਤੋਂ, ਤੇ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਆਖਿਰ ਕਿਉਂ ਟਾਰਗੇਟ ਇਕੱਲਾ ਸਿਰਫ ਸੁਨੀਲ ਜਾਖੜ ਨੂੰ ਹੀ ਕੀਤਾ ਗਿਆ, ਕਿ ਕਾਂਗਰਸ ਹਾਈ ਕਮਾਨ ਨੂੰ ਇਹ ਸਮਝਣਾ ਹੋਵੇਗਾ। ਜੋ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਕਿਹੜੇ ਅਹੁਦੇ ਜਿਨ੍ਹਾਂ ਤੋਂ ਹਟਾ ਦਿੱਤਾ ਗਿਆ, ਜਿਨ੍ਹਾਂ ਤੋਂ ਫਾਰਿਗ ਕਰ ਦਿੱਤਾ ਗਿਆ, 1-1.5 ਮਹੀਨਾ ਪਹਿਲਾਂ ਜੋ ਸੰਦੀਪ ਜਾਖੜ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਸੁਨੀਲ ਜਾਖੜ ਨੇ ਖੁਦ ਕਹਿ ਦਿੱਤਾ ਸੀ ਕਿ ਮੈਂ ਸਰਗਰਮ ਸਿਆਸਤ ਤੋਂ, ਐਕਟਿਵ ਪੋਲਿਟਿਕਸ ਤੋਂ ਕਿਨਾਰਾ ਕਰ ਰਿਹਾ, ਮੈਂ ਦੂਰ ਹੈ ਹੁਣ ਇਸ ਤੋਂ। ਤਾਂ ਉਸਦਾ
मतलब ਇੱਕ ਇਹ ਵੀ ਕੱਢਿਆ ਜਾਂਦਾ ਕਿ ਕਿਸੇ ਵੀ ਜ਼ਿਆਦਾ ਐਕਟਿਵ ਜਿੱਥੇ ਕੋਈ ਵੀ ਕਾਂਗਰਸ ਦਾ ਹੋਏਗਾ ਉੱਥੇ ਨਜ਼ਰ ਨਹੀਂ ਆਉਣਗੇ। ਕੋਈ ਇਲੈਕਸ਼ਨ ਨਹੀਂ ਲੜਿਆ ਇਸ ਵਾਰ, ਉਹਨਾਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਨਹੀਂ ਲੜਿਆ, ਤਾਂ ਇਹ ਵੱਡਾ ਸਵਾਲ ਜ਼ਰੂਰ ਹੈ। ਖੈਰ ਕਾਂਗਰਸ ਦੇ ਵਿੱਚ ਜਾਖੜ ਦਾ ਕੱਦ ਹਾਈ ਕਮਾਂਡ ਦੀ ਕਾਰਵਾਈ ਤੋਂ ਵੀ ਜ਼ਰੂਰ ਸਭ ਦੇ ਸਾਹਮਣੇ ਆ ਗਿਆ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਾਂਗਰਸ ਨਾਲ ਹੀ ਜੁੜੀ ਹੋਈ ਹੈ ਤੇ ਖਬਰ ਜੁੜੀ ਹੈ ਹਿਮਾਚਲ ਦੇ ਨਾਲ। ਹਿਮਾਚਲ ਕਾਂਗਰਸ ਤੋਂ ਇਸ ਸਮੇਂ ਵੱਡੀ ਖਬਰ ਹੈ, ਪ੍ਰਤਿਭਾ ਸਿੰਘ ਨੂੰ ਹਿਮਾਚਲ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਹਿਮਾਚਲ ਕਾਂਗਰਸ ਦੀ ਕਮਾਨ ਪ੍ਰਤਿਭਾ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਮੰਡੀ ਤੋਂ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਪ੍ਰਤਿਭਾ ਸਿੰਘ ਜੋ ਸੂਬਾ ਕਾਂਗਰਸ ਦੇ ਪ੍ਰਧਾਨ ਹੋਣਗੇ ਹਿਮਾਚਲ ਕਾਂਗਰਸ ਦੇ, ਤੇ ਕਾਂਗਰਸ ਨੇ 4 ਕਾਰਜਕਾਰੀ ਪ੍ਰਧਾਨ ਹਿਮਾਚਲ ਦੇ ਵਿੱਚ ਵੀ ਲਗਾਏ ਨੇ। ਸੁਖਵਿੰਦਰ ਸੁੱਖੂ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ। ਮੁਕੇਸ਼ ਅਗਨੀਹੋਤਰੀ ਦੇ ਕੋਲ ਮੌਜੂਦਾ ਸਮੇਂ ਦੇ ਵਿੱਚ ਸੀਐਲਪੀ ਦਾ ਅਹੁਦਾ ਹੈ ਤੇ ਉਹ ਸੀਐਲਪੀ ਲੀਡਰ ਬਣੇ ਰਹਿਣਗੇ। और इस समय हमारे साथ प्रतिभा सिंह जी जुड़ रही हैं। प्रतिभा जी बहुत बहुत स्वागत है आपका। आपका फर्स्ट रिएक्शन, कांग्रेस हाईकमान की तरफ से आपको प्रदेश की कमान सौंपी गई है। हाँ जी, मैं कांग्रेस हाईकमान का बहुत बहुत आभार प्रकट करती हूँ कि उन्होंने मुझे ये जिम्मेवारी दी, और मैं इसको पूरा प्रयास करूंगी इसमें कि हम किसी तरह से दोबारा कांग्रेस को सत्ता में लाने का पुरजोर मेहनत करेंगे। आपके साथ 4 कार्यकारी अध्यक्ष भी लगाए गए हैं। आपको लगता है कि ये स्ट्रेंथ एक तरह से आपको मिलेगी, क्योंकि पंजाब में ये फॉर्मूला अपनाया गया था इलेक्शन से पहले, लेकिन वो काम नहीं आया। चलो यहाँ की परिस्थिति और है, पर इतना पहाड़ी प्रदेश है, बिखरा हुआ है जी। तो मैं समझती हूँ कि उनके लगने से हम ज्यादा अच्छी तरह से काम कर पाएंगे। और आपको लगता है कि ये सही समय, क्योंकि सभी जो प्रदेश के संगठन के जो भी पद हैं उनकी अनाउंसमेंट कर दी गई है, वो चाहे सुखविंदर सुक्खू को कैंपेन कमेटी की कमान सौंपना हो या फिर मुकेश अग्निहोत्री को सीएलपी का लीडर बनाए रखने की बात हो, आप इसको किस तरह से देख रहे हैं सारे डिसीजन कांग्रेस हाईकमान के? मुकेश जी तो पहले ही सीएलपी लीडर थे, अब जो सुक्खू जी को नई जिम्मेवारी दी है, मुझे लगता है कि वो पहले भी पार्टी के अध्यक्ष रहे हैं और वो संगठन से जुड़ा हुआ व्यक्ति है, तो मैं उम्मीद करती हूँ कि वो इसी तरह से काम करेंगे और दोबारा कांग्रेस को सत्ता में लाने के लिए दिन रात प्रयत्न करके काम करेंगे। जी, आपको कमान सौंपी गई है, तो क्या ये भी अब समझा जाए या क्यास लगाए जाए कि मुख्यमंत्री का चेहरा भी आप होंगी? नहीं, ऐसा कुछ नहीं है, ऐसा कुछ नहीं है। ना मैं इसकी दौड़ में भी नहीं थी कि जो ये मुझे अभी पद मिला है, इसकी दौड़ में भी नहीं थी, ना मुझे ये लालसा है और ना ही हम आगे ऐसे स्वप्न देख रहे हैं। मैं तो ये चाहती हूँ कि हमने कांग्रेस को दोबारा सत्ता में लाना है, क्योंकि वीरभद्र सिंह जी ने कांग्रेस को खून पसीने से सींचा। तो आज इस पार्टी की जो पूरे देश में दुर्दशा हो रही है, उसको हम दोबारा देखना चाहते हैं कि दोबारा हम सत्ता में लाएं और दोबारा हिमाचल प्रदेश में भी कांग्रेस की सरकार बने। हाल ही में 5 राज्यों में चुनाव हुए, कांग्रेस को वहां पर हर राज्य में हार का सामना करना पड़ा। इनफैक्ट जहां पर सत्ता थी वहां भी सत्ता चलेगी। मैं पंजाब का जिक्र कर रहा हूं। आप हिमाचल के चैलेंज को किस तरह से देखते हैं, क्योंकि आम आदमी पार्टी भी एक वहां पर अपनी दावेदारी ठोक रही है? मुझे नहीं लगता कि आप पार्टी का कोई बड़ा भारी चैलेंज हिमाचल प्रदेश में रहेगा जी। ये तो जो छोटे मोटे लोग हैं जो टिकटार्थी है वो उधर को खिसक रहे हैं, पर ऐसा कोई जनाधार व्यक्ति या कोई बहुत बड़े तादाद में लोग उनकी तरफ नहीं आकर्षित हुए। वो अभी देख ही रहे हैं कि पार्टी उनका क्या वायदे हैं, वो क्या करना चाहते हैं, वो किस उम्मीद से हिमाचल प्रदेश में उन्होंने अपने कदम रखे हैं। तो मैं समझती हूँ कि अंततः कांग्रेस और बीजेपी में ही फाइट होगी और कांग्रेस को दोबारा सत्ता में लाने के लिए अब हम भरसक प्रयास करेंगे। और मुझे पूर्ण विश्वास है कि हिमाचल प्रदेश के लोग जहाँ पर ईश्वर को मानने वाले हैं वहाँ पर एहसान फरामोश नहीं है, और वो जितने काम कांग्रेस की सरकार के द्वारा हुए हैं उनके एहसान को मानते हुए दोबारा कांग्रेस को सत्ता में लाने के लिए दिन रात मेहनत करेंगे। आपके सामने चैलेंज आप किसे देखते हैं इस समय? बीजेपी को देख रहे हैं या फिर आम आदमी पार्टी को, या फिर कांग्रेस के अंदर जो गुटबाजी के आरोप लगते हैं उसको? देखिए जी, जहां तक कांग्रेस की बात है, कांग्रेस में कोई भी गुटबाजी नहीं, ना हम कोई गुटों में विश्वास करते हैं, ना ही हम सबको साथ लेकर सबको एक मानकर हम लोगों ने आगे बढ़ना है। और मैं ये मेरा एक पहले दिन से ही ये प्रयत्न रहेगा कि हम सबको साथ लेकर चलेंगे। कोई गुट हमारी पार्टी में ना ही हमारे कोई ऐसी गुटबाजी है।
दूसरी बात आपने जो पूछी है कि हमारा चैलेंज बीजेपी से ही हमारी पहले भी लड़ाई रही, बीजेपी और कांग्रेस में ही लोग निर्णय करते हैं कि किसको वोट डालना। इस चुनाव में भी जो विधानसभा का चुनाव होगा उसमें भी लोग बीजेपी को और कांग्रेस को ही देखते हुए अपना फैसला करेंगे कि किसको उन्होंने अपना समर्थन देना है। चलिए शुक्रिया, बहुत बहुत धन्यवाद हमारे साथ जुड़ने के लिए, इस पूरी बातचीत के लिए। तो प्रतिभा सिंह हिमाचल कांग्रेस की अध्यक्ष जो कांग्रेस हाईकमान की तरफ से अनाउंस की गई है, वो हमारे साथ फोन लाइन पर थी और पहला इंटरव्यू उनका, और उनकी तरफ से यह दावा किया जा रहा है कि कांग्रेस के अंदर हिमाचल में कोई गुटबाजी नहीं है और सीधा चैलेंज वो बीजेपी को मान रही है, क्योंकि आम आदमी पार्टी इस समय बहुत एक्टिव नजर आती है हिमाचल प्रदेश में भी, पंजाब में चुनाव जीतने के बाद। हालांकि कांग्रेस की नई बनी अध्यक्षा प्रतिभा सिंह आम आदमी पार्टी को कोई चैलेंज नहीं मान रही है। तो अंदाजी अपने दर्शकों ਨੂੰ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਲਦ ਵੋਟਾਂ ਪੈਣ ਜਾ ਰਹੀਆਂ ਨੇ, ਇਸ ਸਾਲ ਦੇ ਆਖਿਰ ਦੇ ਵਿੱਚ ਵੋਟਾਂ ਪੈਣੀਆਂ ਨੇ, ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਤੇ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਥੇਬੰਦਕ ਢਾਂਚੇ ਦੇ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਉਸ ਦੇ ਵਿੱਚ प्रतिभा ਸਿੰਘ ਉਹਨਾਂ ਨੂੰ ਕਮਾਨ ਸੌਂਪ ਦਿੱਤੀ ਗਈ ਹੈ ਹਿਮਾਚਲ ਕਾਂਗਰਸ ਦੀ। ਐਮਪੀ ਨੇ ਮੰਡੀ ਤੋਂ ਔਰ ਵੀਰਭਦਰ ਸਿੰਘ ਸਾਬਕਾ ਸੀਐਮ ਮਰਹੂਮ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਪਰਿਵਾਰ ਤੋਂ ਆਉਂਦੇ ਨੇ ਤੇ ਕਮਾਨ ਉਹਨਾਂ ਨੂੰ ਹੁਣ ਹਿਮਾਚਲ ਕਾਂਗਰਸ ਦੀ ਸੌਂਪੀ ਗਈ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਜਬ ਸਿੱਧੂ ਮੈਟ ਪ੍ਰਸ਼ਾਂਤ ਕਿਸ਼ੋਰ। ਜੀ ਪ੍ਰਸ਼ਾਂਤ ਕਿਸ਼ੋਰ ਨੂੰ ਮਿਲੇ ਨੇ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਦੇ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇਸ ਦੇ ਵਿੱਚ ਸੈਲਫੀ ਲੈਂਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੇ ਨਾਲ। ਤੇ ਟਵੀਟ ਦੇ ਵਿੱਚ ਸਿੱਧੂ ਲਿਖਦੇ ਨੇ ਕਿ ਪੁਰਾਣੇ ਦੋਸਤ ਪੀਕੇ ਦੇ ਨਾਲ ਸ਼ਾਨਦਾਰ ਮੀਟਿੰਗ ਹੋਈ, ਪੁਰਾਣੀ ਸ਼ਰਾਬ, ਪੁਰਾਣਾ ਸੋਨਾ, ਪੁਰਾਣਾ ਮਿੱਤਰ, ਸਭ ਤੋਂ ਬੈਸਟ। ਤੁਹਾਨੂੰ ਦੱਸ ਦਈਏ ਕਿ ਅੱਜ ਹੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਵਿੱਚ ਜਾਣ ਤੋਂ ਨਾ ਕਰ ਦਿੱਤੀ ਸੀ, ਇਨਕਾਰ ਕਰ ਦਿੱਤਾ ਸੀ ਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਦੇ ਨਾਲ ਇਹ ਤਸਵੀਰ ਸਾਹਮਣੇ ਆ ਗਈ। ਖੈਰ ਇਹ ਦੋਵੇਂ ਦੇਸ਼ ਦੇ ਵੱਡੇ ਚਿਹਰੇ ਦੇਸ਼ ਦੀ ਸਿਆਸਤ ਦੇ, ਨਵਜੋਤ ਸਿੰਘ ਸਿੱਧੂ ਤਾਂ ਬਿਲਕੁਲ ਸਰਗਰਮ ਸਿਆਸਤ ਦੇ ਨਾਲ ਜੁੜੇ ਹੋਏ ਨੇ, ਪਰ ਪ੍ਰਸ਼ਾਂਤ ਕਿਸ਼ੋਰ ਵੱਡੇ ਰਣਨੀਤੀਕਾਰ ਨੇ, ਜਾਂ ਕਹੀਏ ਕਿ ਦੇਸ਼ ਦੇ ਸਭ ਤੋਂ ਵੱਡੇ ਰਣਨੀਤੀਕਾਰਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ। ਔਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ 2017 ਦੇ ਵਿੱਚ ਸੀ, ਮਮਤਾ ਬੈਨਰਜੀ ਦੇ ਨਾਲ ਰਣਨੀਤੀ ਬਣਾਉਂਦੇ ਹੋਏ ਵੈਸਟ ਬੰਗਾਲ ਦੇ ਵਿੱਚ ਨਜ਼ਰ ਆਏ, ਨਿਤਿਸ਼ ਕੁਮਾਰ ਦੇ ਨਾਲ ਨਜ਼ਰ ਆਏ ਤੇ ਬਹੁਤ ਕਿਆਸ ਪਿਛਲੇ ਕੁਝ ਮਹੀਨਿਆਂ ਤੋਂ ਹਫ਼ਤਿਆਂ ਤੋਂ ਲੱਗ ਰਹੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨੂੰ ਜੁਆਇਨ ਕਰ ਲੈਣਗੇ, ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਗੇ। ਤੇ ਦਿਨ ਦੇ ਵਿੱਚ ਖਬਰ ਆਉਂਦੀ ਹੈ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਹ ਕਾਂਗਰਸ ਨੂੰ ਜੁਆਇਨ ਨਹੀਂ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਮੇਰੀ ਥਾਂ ਜਥੇਬੰਦਕ ਢਾਂਚੇ ਦੇ ਵਿੱਚ ਵੱਡੇ ਫੇਰਬਦਲ ਦੀ ਜ਼ਰੂਰਤ ਹੈ। ਤੇ ਸ਼ਾਮ ਹੁੰਦੇ ਹੁੰਦੇ ਨਵਜੋਤ ਸਿੰਘ ਸਿੱਧੂ ਨੇ ਇਹ ਟਵਿੱਟਰ ਦੇ ਉੱਤੇ ਟਵੀਟ ਕਰ ਦਿੱਤੀ ਤਸਵੀਰ ਜਿਸ ਦੇ ਵਿੱਚ ਉਹ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਜ਼ਰ ਆ ਰਹੇ ਨੇ। ਖੈਰ ਸਿੱਧੂ ਕਾਂਗਰਸੀ ਬੇਸ਼ੱਕ ਨੇ ਮੌਜੂਦਾ ਸਮੇਂ ਦੇ ਵਿੱਚ, ਪਰ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਲਗਾਤਾਰ ਸਰਗਰਮ ਨੇ ਤੇ ਮੀਟਿੰਗ ਉਹਨਾਂ ਆਗੂਆਂ ਦੇ ਨਾਲ ਵੀ ਕਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਕਾਂਗਰਸ ਨੇ ਐਕਸ਼ਨ ਲਿਆ ਹੈ, ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ, ਉਹ ਚਾਹੇ ਅਮਰੀਕ ਸਿੰਘ ਢਿੱਲੋਂ ਹੋਣ। ਢਿੱਲੋਂ ਬੇਸ਼ੱਕ ਬਿਮਾਰ ਨੇ, ਉਹਨਾਂ ਦੀ ਤਬੀਅਤ ਜਾਣਨ ਦੇ ਲਈ ਪਹੁੰਚੇ, ਸਿੱਧੂ ਇਹ ਹਵਾਲਾ ਦੇ ਦੇਣ, ਪਰ ਸਰਜੀਤ ਧੀਮਾਨ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਉਹ ਸਿੱਧੂ ਦੇ ਧਰਨਿਆਂ ਦੇ ਵਿੱਚ, ਸਿੱਧੂ ਦੇ ਨਾਲ ਬੈਠਕਾਂ ਦੇ ਵਿੱਚ ਹਰ ਥਾਂ ਨਜ਼ਰ ਆਉਂਦੇ ਨੇ। ਦੋ ਤਸਵੀਰਾਂ, ਇੱਕ ਪਾਸੇ ਕਾਂਗਰਸ ਦਾ ਆਫਰ ਠੁਕਰਾ ਚੁੱਕੇ ਨੇ ਪ੍ਰਸ਼ਾਂਤ ਕਿਸ਼ੋਰ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮੁਲਾਕਾਤ ਕਰਦੇ ਨੇ, ਤਸਵੀਰ ਸ਼ੇਅਰ ਕਰਦੇ ਨੇ। ਤਾਂ ਪ੍ਰਸ਼ਾਂਤ ਕਿਸ਼ੋਰ ਪੂਰਾ ਦਿਨ ਚਰਚਾ ਦੇ ਵਿੱਚ ਰਹੇ। ਦੁਪਹਿਰ ਵੇਲੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੀ ਆਫਰ ਠੁਕਰਾ ਦਿੱਤੀ, ਪੀਕੇ ਨੇ ਕਾਂਗਰਸ ਦੇ ਵੱਲੋਂ ਬਣੇ ਐਕਸ਼ਨ ਦੇ ਵਿੱਚ ਐਕਸ਼ਨ ਕਮੇਟੀ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਮ ਹੁੰਦੇ ਹੁੰਦੇ ਨਵਜੋਤ ਸਿੱਧੂ ਨੇ ਪੀਕੇ ਦੇ ਨਾਲ ਮੁਲਾਕਾਤ ਦੀ ਆਪਣੀ ਤਸਵੀਰ ਸਾਂਝੀ ਕਰਕੇ ਨਵੀਂ ਹੀ ਚਰਚਾ ਛੇੜ ਦਿੱਤੀ। ਚਰਚਾ ਪੀਕੇ ਦੇ ਅਗਲੇ ਕਦਮ ਨੂੰ ਲੈ ਕੇ ਵੀ ਹੈ ਤੇ ਸਿੱਧੂ ਦੀਆਂ ਮੁਲਾਕਾਤਾਂ ਨੂੰ ਲੈ ਕੇ ਵੀ। ਤਾਂ ਪ੍ਰਸ਼ਾਂਤ ਕਿਸ਼ੋਰ ਨੇ ਜਦੋਂ ਇਨਕਾਰ ਕੀਤਾ ਕਿ ਨਹੀਂ ਜਾ ਰਿਹਾ ਮੈਂ ਕਾਂਗਰਸ ਦੇ ਵਿੱਚ, ਤਾਂ ਟਵੀਟ ਕੀਤਾ। ਟਵੀਟ ਦੇ ਵਿੱਚ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਤੇ ਕਿਹਾ ਕਿ ਮੈਂ EAG ਯਾਨੀ ਇੰਪਾਵਰਡ ਐਕਸ਼ਨ ਗਰੁੱਪ ਦਾ ਹਿੱਸਾ ਬਣਨ, ਪਾਰਟੀ 'ਚ ਸ਼ਾਮਲ ਹੋਣ ਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੀ ਕਾਂਗਰਸ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਮੇਰੀ ਰਾਏ ਦੇ ਵਿੱਚ ਪਾਰਟੀ ਦੀ ਅੰਦਰੂਨੀ ਸਮੱਸਿਆ ਠੀਕ ਕਰਨ ਦੇ ਲਈ ਕਾਂਗਰਸ ਨੂੰ ਮੇਰੇ ਤੋਂ ਜ਼ਿਆਦਾ ਲੀਡਰਸ਼ਿਪ, ਹੋਰ ਮਜ਼ਬੂਤ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਤਾਂ ਪ੍ਰਸ਼ਾਂਤ ਕਿਸ਼ੋਰ ਦੀ ਨਾਂ ਦੇ ਵਿੱਚ ਵੀ ਕਾਂਗਰਸ ਦੇ ਉੱਤੇ ਨਿਸ਼ਾਨਾ ਹੀ ਸੀ, ਖਾਸ ਤੌਰ ਤੇ ਕਾਂਗਰਸ ਹਾਈ ਕਮਾਨ ਦੇ ਉੱਤੇ। ਔਰ ਪ੍ਰਸ਼ਾਂਤ ਕਿਸ਼ੋਰ ਦੀ ਨਾਂ ਤੋਂ ਬਾਅਦ ਸਿੱਧੂ ਦੀ ਇਹ ਫੋਟੋ ਸਾਹਮਣੇ ਆਉਣਾ ਖੂਬ ਚਰਚਾ ਦਾ ਵਿਸ਼ਾ।
ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਦੇ ਉੱਤੇ ਤੰਜ ਕੱਸਿਆ ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਸਿੱਧੂ ਤਾਂ ਕਾਂਗਰਸ ਦੇ ਵੱਲੋਂ ਮਾਨਤਾ ਪ੍ਰਾਪਤ ਹੀ ਨਹੀਂ ਨੇ। ਨਵਜੋਤ ਸਿੱਧੂ ਜੀ ਉਹ ਕਰੀ ਜਾਂਦੇ ਨੇ, ਕਹਿੰਦੇ ਬਿਜਲੀ ਦਾ ਦੇ ਸਮਝੌਤੇ ਰੱਦ ਕਿਉਂ ਨਹੀਂ ਕੀਤੇ। ਸਿੱਧੂ ਸਾਹਿਬ ਤੁਹਾਨੂੰ ਬਿਜਲੀ ਮੰਤਰੀ ਬਣਾਉਂਦੇ ਸੀ, ਤੁਸੀਂ ਤਾਂ ਭੱਜ ਗਏ ਉਦੋਂ। ਤੁਸੀਂ ਬਿਜਲੀ ਮੰਤਰੀ ਬਣ ਕੇ ਕਰ ਦਿੰਦੇ। ਅਸੀਂ ਤਾਂ ਕਰਾਂਗੇ ਤੁਹਾਨੂੰ ਬੜੀ ਜਲਦੀ ਖੁਸ਼ਖਬਰੀ ਮਿਲੂਗੀ, ਪਰ ਤੁਸੀਂ ਬਾਹਰ ਹੋਵੋਗੇ ਕਿਉਂਕਿ ਤੁਸੀਂ ਵਿਧਾਨ ਸਭਾ 'ਚ ਤਾਂ ਹੈ ਨਹੀਂ। ਉੱਥੇ ਲੈ ਕੇ ਆਵਾਂਗੇ ਅਸੀਂ ਹੁਣ ਇਹ ਕਾਨੂੰਨ ਦੇ ਵਿੱਚ ਸੋਧ ਜਿਹੜੀ ਹੈ। ਤੇ ਨਾਲੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਮਾਨਤਾ ਪ੍ਰਾਪਤ ਤਾਂ ਕਰਵਾ ਲਓ, ਮਨਜ਼ੂਰਸ਼ੁਦਾ ਤਾਂ ਕਰਵਾ ਲਓ। ਤੁਹਾਡਾ ਕੱਲ ਦਾ ਜਿਹੜਾ ਧਰਨਾ ਸੀ ਕਿਤੇ ਰਾਜਪੁਰੇ ਦੇ ਥਰਮਲ ਪਲਾਂਟ ਦੇ ਮੂਹਰੇ, ਕੋਈ 20-25 ਬੰਦੇ ਲਈ ਬੈਠੇ ਸੀ, ਤੁਸੀਂ ਮੈਨੂੰ ਗਾਲਾਂ ਕੱਢੀ ਜਾਂਦੇ ਸੀ। ਉਹਨੂੰ ਰਾਜਾ ਵੜਿੰਗ ਕਹਿੰਦਾ ਕਾਂਗਰਸ ਦਾ ਧਰਨਾ ਹੀ ਨਹੀਂ ਸੀ, ਇਹ ਤਾਂ ਸਿੱਧੂ ਆਪਣੇ ਬੰਦੇ ਆਪ ਲਈ ਫਿਰਦਾ। ਪਹਿਲਾਂ ਕਾਂਗਰਸ ਤੋਂ ਨਾ ਮਾਨਤਾ ਪ੍ਰਾਪਤ ਹੋ ਜਾਓ, ਫਿਰ ਵਿਰੋਧ ਕਰ ਲਿਓ। ਉਧਰ ਪੰਜਾਬ ਅਤੇ ਦਿੱਲੀ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਦੋਵੇਂ ਸਰਕਾਰਾਂ ਲੋਕ ਭਲਾਈ ਦੇ ਲਈ ਰਲ ਕੇ ਕੰਮ ਕਰਨਗੀਆਂ। ਪੰਜਾਬ ਤੇ ਦਿੱਲੀ ਹੁਣ ਇੱਕ ਦੂਜੇ ਦੇ ਨਾਲ ਨੌਲੇਜ ਯਾਨੀ ਕਿ ਜਾਣਕਾਰੀ ਸਾਂਝੀ ਕਰੇਗਾ। ਦਿੱਲੀ ਤੇ ਪੰਜਾਬ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਸਮਝੌਤੇ ਦੇ ਤਹਿਤ ਦੋਵੇਂ ਸੂਬੇ ਸਿੱਖਿਆ ਅਤੇ ਸਿਹਤ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਨਿਊਜ਼ 18 ਦੇ ਹੱਥ ਇਸ ਐਗਰੀਮੈਂਟ ਦੀ ਕਾਪੀ ਲੱਗੀ ਹੈ, ਜਿਸ 'ਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਸਤਖਤ ਕੀਤੇ ਗਏ ਨੇ। ਕੀ ਕਹਿੰਦਾ ਹੈ ਇਹ ਐਗਰੀਮੈਂਟ, ਆਓ ਦੱਸਦੇ ਹਾਂ। ਪੰਜਾਬ ਤੇ ਦਿੱਲੀ ਦੇ ਵਿਚਾਲੇ 26 ਅਪ੍ਰੈਲ 2022 ਨੂੰ ਇਸ MOU ਤੇ ਦਸਤਖਤ ਕੀਤੇ ਗਏ। ਦੋਵਾਂ ਸੂਬਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਮਝੌਤਾ ਲੋਕ ਭਲਾਈ ਲਈ ਕੀਤਾ ਗਿਆ ਹੈ, ਜਿਸ ਦੇ ਤਹਿਤ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ। ਇਸ ਸਮਝੌਤੇ ਦੇ ਰਾਹੀਂ ਜਾਣਕਾਰੀ, ਤਜਰਬਾ ਅਤੇ ਸਕਿੱਲ ਇੱਕ ਦੂਸਰੇ ਦੇ ਨਾਲ ਸਾਂਝਾ ਕੀਤਾ ਜਾਵੇਗਾ। ਇਸ ਸਮਝੌਤੇ ਦੇ ਰਾਹੀਂ ਦੋਵੇਂ ਸੂਬਿਆਂ ਦੇ ਮੰਤਰੀ ਤੇ ਅਧਿਕਾਰੀ ਇੱਕ ਦੂਜੇ ਦੇ ਸੂਬਿਆਂ 'ਚ ਜਾ ਸਕਣਗੇ। ਨਾਲ ਹੀ ਇਸ ਸਮਝੌਤੇ 'ਚ ਵੱਡੀ ਗੱਲ ਵੀ ਲਿਖੀ ਗਈ ਹੈ ਕਿ ਇਹ ਐਗਰੀਮੈਂਟ ਕਿਸੇ ਤੇ ਥੋਪਿਆ ਨਹੀਂ ਜਾਵੇਗਾ। ਦਿੱਲੀ 'ਚ ਸਮਝੌਤੇ ਦੇ ਦਸਤਖਤ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਦੂਜੇ ਦੇ ਕੰਮਾਂ ਤੋਂ ਸਿੱਖਣਗੇ, ਚੰਗੇ ਕੰਮਾਂ ਨੂੰ ਆਪਣੇ ਸੂਬਿਆਂ 'ਚ ਲਾਗੂ ਕਰਨਗੇ। ਮਾਨ ਨੇ ਕਿਹਾ ਕਿ ਵਿਰੋਧੀ ਇਸ ਸਮਝੌਤੇ ਤੇ ਸਿਆਸਤ ਕਰਨਗੇ। ਮਾਨ ਨੇ ਕਿਹਾ ਕਿ ਸਮਝੌਤੇ ਦੀ ਸ਼ੁਰੂਆਤ 117 ਵਿਧਾਨ ਸਭਾ ਹਲਕਿਆਂ 'ਚ 117 ਮੁਹੱਲਾ ਕਲੀਨਿਕ ਬਣਾਉਣ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਉੱਚ ਦਰਜੇ ਦਾ ਬਣਾਉਣ ਨਾਲ ਕੀਤੀ ਜਾਵੇਗੀ। तो एजुकेशन और हेल्थ हमारा प्रायोरिटी है दिल्ली सरकार का भी, और हमने वादा किया जो पंजाब में उसमें भी। तो ये नॉलेज शेयरिंग एग्रीमेंट है, और नॉलेज लेने के लिए कुछ हमारे जो विपक्षी हैं वो कह रहे हैं जी ये तो पता नहीं पंजाब सरकार ने पता नहीं कौन सा एग्रीमेंट पे साइन कर दिए, ये तो जी पता नहीं क्या हो गया। कि सरकारें आपस में एक दूसरे से सीखने के लिए एग्रीमेंट साइन कर रही हैं, कि पूरे देश ने उनसे बड़े स्केल के ऊपर सीखने का हमने आपस में काम किया। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸਮਝੌਤੇ ਦਾ ਇੱਕ ਖਰੜਾ ਵਾਇਰਲ ਹੋ ਰਿਹਾ ਸੀ, ਜਿਸ ਨੂੰ ਹੁਣ ਆਪ ਨੇ ਗੈਰ ਪ੍ਰਮਾਣਿਤ ਕਰਾਰ ਦਿੱਤਾ ਹੈ। ਆਪ ਦਾ ਦਾਅਵਾ ਹੈ ਕਿ ਵਾਇਰਲ ਹੋ ਰਹੀ ਸਮਝੌਤੇ ਦੀ ਕਾਪੀ ਦਾ ਕੋਈ ਆਧਾਰ ਨਹੀਂ। ਉਧਰ ਇਸ ਸਮਝੌਤੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਨੇ ਸੀਐਮ ਤੇ ਤੰਜ ਕੱਸਦਿਆਂ ਕਿਹਾ ਹੈ ਕਿ ਭਗਵੰਤ ਮਾਨ ਨੇ ਪੰਜਾਬ ਦਿੱਲੀ ਦੇ ਪੈਰਾਂ 'ਚ ਰੱਖ ਦਿੱਤਾ ਹੈ, ਜਦਕਿ ਆਪ ਨੇ ਵਿਰੋਧੀਆਂ ਦੇ ਵਾਰ ਤੇ ਪਲਟਵਾਰ ਕੀਤਾ ਹੈ। ਪਰ ਜੋ ਅੱਜ ਉਹਨਾਂ ਨੇ ਫੈਸਲਾ ਕੀਤਾ, ਇੱਕ ਪੰਜਾਬ ਦਾ ਇੱਕ ਹਿਸਟੋਰਿਕ ਬਲੰਡਰ ਜੋ ਅੱਜ ਕੀਤਾ ਹੈ, ਤੇ ਪੰਜਾਬੀਆਂ ਦੇ ਪਿੱਠ ਤੇ ਛੁਰਾ ਮਾਰਿਆ, ਤੇ ਜੋ ਅਸੀਂ ਗੱਲ ਕਹਿ ਰਹੇ ਸੀ ਲਗਾਤਾਰ ਉਹ ਗੱਲ ਸੱਚੀ ਅੱਜ ਕਰ ਦਿੱਤੀ ਹੈ। ਸ਼ੁਰੂ ਤੋਂ ਅਸੀਂ ਇੱਕੋ ਇੱਕ ਗੱਲ ਕਹੀ ਸੀ, ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਮੇਰੇ ਖਿਆਲ 'ਚ ਸੁਖਬੀਰ ਬਾਦਲ ਕੁਝ ਕਹਿ ਰਹੇ ਸੀ, ਮੈਂ ਸੁਖਬੀਰ ਬਾਦਲ ਜੀ ਨੂੰ ਕਹਿਣਾ ਇਹ ਤੁਸੀਂ ਫਰਜ਼ੀ ਜਿਹੜੇ ਡਾਕੂਮੈਂਟ ਜਾਰੀ ਕਰ ਰਹੇ ਹੋ, ਇਹ ਬਹੁਤ ਦੁਖਦਾਇਕ ਤੇ ਸ਼ਰਮਨਾਕ ਹੈ। ਪੰਜਾਬ ਦੀ ਤਰੱਕੀ ਹੋ ਲੈਣ ਦਿਓ। ਜੇ ਤੁਸੀਂ ਕੁਝ ਕੀਤਾ ਹੁੰਦਾ ਚੱਜ ਦਾ ਤਾਂ ਦਿਨ ਦੇਖਣੇ ਨਾ ਪੈਂਦੇ। ਫਿਲਹਾਲ ਹੁਣ ਦੇਖਣਾ ਇਹੀ ਹੈ ਕਿ ਦਿੱਲੀ ਤੇ ਪੰਜਾਬ ਵਿਚਾਲੇ ਹੋਇਆ ਸਮਝੌਤਾ ਕਿੰਨਾ ਰੰਗ ਲਿਆਏਗਾ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਆਮ ਆਦਮੀ ਪਾਰਟੀ MOU ਸਾਈਨ ਕਰਨ ਨੂੰ ਸਹੀ ਦੱਸ ਰਹੀ ਹੈ, ਜਦਕਿ ਵਿਰੋਧੀ ਧਿਰਾਂ ਕੇਜਰੀਵਾਲ ਦੇ ਅੱਗੇ ਪੰਜਾਬ ਨੂੰ ਗਿਰਵੀ ਰੱਖਣ ਦੇ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਲਗਾ ਰਹੀਆਂ ਨੇ।
ਪਾਰਟੀ ਨੇ ਬਹੁਤ ਵੱਡਾ ਮੈਂਡੇਟ ਲਿੱਤਾ, ਲੋਕਾਂ ਨੂੰ ਵਾਅਦੇ ਕੀਤੇ, ਅਸੀਂ ਉਹਨਾਂ ਨੂੰ ਓਪਰਚੁਨਿਟੀ ਦੇਣੀ ਚਾਹੁੰਦੇ ਸੀ। ਪਰ ਜੋ ਅੱਜ ਉਹਨਾਂ ਨੇ ਫੈਸਲਾ ਕੀਤਾ, ਇੱਕ ਪੰਜਾਬ ਦਾ ਇੱਕ ਹਿਸਟੋਰਿਕ ਬਲੰਡਰ ਜੋ ਅੱਜ ਕੀਤਾ ਹੈ ਤੇ ਪੰਜਾਬੀਆਂ ਦੇ ਪਿੱਠ ਤੇ ਛੁਰਾ ਮਾਰਿਆ। ਇਹ ਕਾਂਗਰਸ ਪਾਰਟੀ ਜਿਹੜੀ ਹੈ ਇਹ ਬਕਾਇਦਾ ਤੌਰ ਪੰਜਾਬੀਆਂ ਨੂੰ ਇਸ ਗੱਲ ਦਾ ਫੇਥ ਦਿੰਦੀ ਹੈ, ਵਿਸ਼ਵਾਸ ਦਿੰਦੀ ਕਿ ਇਸ ਦੇ ਅਗੇਂਸਟ ਜੇ ਇਹ ਚੀਜ਼ ਜਿਹੜੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਇਹ ਕਰਕੇ ਆਏ, ਇਹਦੇ ਵਾਸਤੇ ਸਾਨੂੰ ਕੋਈ ਵੀ ਲੜਾਈ ਲੜਨੀ ਪਏਗੀ, ਅਸੀਂ ਕਰਾਂਗੇ। ਸਾਨੂੰ ਭਾਵੇਂ ਇਹਨੂੰ ਕਚਹਿਰੀਆਂ 'ਚ ਵੀ ਚੈਲੰਜ ਕਰਨਾ ਪਏ, ਵੀ ਵਿਲ ਫਾਈਟ ਫॉर ਦੀ ਇੰਟਰਸਟ ਆਫ ਪੰਜਾਬ। ਇੱਕ ਤੇ ਗੱਲ ਅਸੀਂ ਇਹ ਗੱਲ ਕਰਨਾ ਚਾਹੁੰਦੇ। ਇਹ ਬੇਸਿਕਲੀ ਉਹੀ ਤਰੀਕਾ ਹੈ ਜੋ ਈਸਟ ਇੰਡੀਆ ਕੰਪਨੀ ਨੇ ਅਪਣਾਇਆ ਸੀ। ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਵਾਂਗੂ ਕਬਜ਼ਾਏਗਾ, ਹਥਿਆਏਗਾ। ਅੱਜ ਇੱਕ ਮਾਡਰਨ ਜ਼ਮਾਨੇ 'ਚ ਕੋਈ ਵੀ ਕਾਗਜ਼ ਹਰ ਜਗ੍ਹਾ ਪਬਲਿਕ ਡੋਮੇਨ 'ਚ, ਕਿਸੇ ਨੂੰ ਲੈਣ 'ਚ, ਕਿਸੇ ਨੂੰ ਭੇਜਣ 'ਚ ਕੋਈ ਦਿੱਕਤ ਨਹੀਂ। ਇਹ ਸਿਰਫ ਪਰਪਸ ਆ ਕਿ ਪੰਜਾਬ ਦੇ ਅਫਸਰਾਂ ਦੇ ਉੱਤੇ ਦਿੱਲੀ ਸਰਕਾਰ ਦਾ ਕੰਟਰੋਲ ਕਿਵੇਂ ਹੋਵੇ। ਇਹ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ, ਇਹਨੂੰ ਪੜ੍ਹਨ ਵਾਸਤੇ ਨੌਲੇਜ ਚਾਹੀਦੀ ਹੈ, ਔਰ ਲਿਟਲ ਨੌਲੇਜ ਇਜ਼ ਟੂ ਡੇਂਜਰਸ। ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ। ਵਿਰੋਧ ਕਰਨ ਵਾਸਤੇ ਵਿਰੋਧ ਨਾ ਕਰੋ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਕੇਂਦਰੀ ਖੇਤੀ ਮੰਤਰੀ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਦੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਰਟੀਲਾਈਜ਼ਰ ਅਤੇ ਪੈਸਟੀਸਾਈਡਸ ਦੀ ਵੱਧਦੀ ਵਰਤੋਂ ਦੇ ਉੱਤੇ ਚਿੰਤਾ ਜਤਾਈ ਤੇ ਠੀਕਰਾ ਵੀ ਕਿਸਾਨਾਂ ਦੇ ਸਿਰ ਹੀ ਭੰਨ ਦਿੱਤਾ। ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨ ਰਸਾਇਣਾਂ ਦੇ ਨਾਲ ਫਸਲ ਉਗਾਉਂਦੇ ਨੇ ਪਰ ਖੁਦ ਨਹੀਂ ਖਾਂਦੇ ਤੇ ਇਸ ਬਿਆਨ ਨੇ ਕਿਸਾਨਾਂ ਦਾ ਪਾਰਾ ਵਧਾ ਦਿੱਤਾ। ਖੇਤੀ ਦੌਰਾਨ ਰਸਾਇਣਾਂ ਦੀ ਵਰਤੋਂ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ, ਜਿਸ ਦਾ ਜ਼ਿਕਰ ਕੇਂਦਰੀ ਖੇਤੀ ਮੰਤਰੀ ਨੇ ਕੀਤਾ, ਜਿਸ ਤੇ ਕੇਂਦਰੀ ਖੇਤੀ ਮੰਤਰੀ ਦਾ ਅਜਿਹਾ ਬਿਆਨ ਸਾਹਮਣੇ ਆਇਆ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਤੋਮਰ ਨੇ ਫਰਟੀਲਾਈਜ਼ਰ ਤੇ ਪੈਸਟੀਸਾਈਡ ਦੀ ਵੱਧਦੀ ਵਰਤੋਂ ਤੇ ਚਿੰਤਾ ਜਤਾਈ ਹੈ। ਤੋਮਰ ਨੇ ਕਿਹਾ ਕਿ ਲਾਲਚ ਦੇ ਵਿੱਚ ਆ ਕੇ ਕਿਸਾਨ ਰਸਾਇਣਾਂ ਦੀ ਵੱਧ ਵਰਤੋਂ ਕਰ ਰਹੇ ਨੇ। ਅੱਜ ਸਾਡੀ ਜ਼ਮੀਨ ਵੀ ਤੰਦਰੁਸਤ ਨਹੀਂ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੀ ਗਲਤੀ ਜ਼ਰੂਰ ਮਹਿਸੂਸ ਕਰ ਰਹੇ ਨੇ, ਪਰ ਕਿਸਾਨ ਰਸਾਇਣਾਂ ਦੇ ਨਾਲ ਫਸਲ ਉਗਾਉਂਦੇ ਨੇ ਪਰ ਖੁਦ ਨਹੀਂ ਖਾਂਦੇ। जहां पर फर्टिलाइजर का बहुत अधिक उपयोग हो रहा है, वो लालच में कर जरूर रहे हैं, लेकिन वो महसूस कर रहे हैं कि वो गलती कर रहे हैं। मैं पंजाब के मित्रों से कई बार बात करता रहता हूं। कोई भी किसान उस प्रकार की खेती करते हुए पैसे तो कमाता है, लेकिन प्रसन्न दिखाई नहीं देता। पानी की दृष्टि से परेशान है, फर्टिलाइजर दिनों दिन मात्रा बढ़ती जा रही है, उससे परेशान है। और कई बार तो ऐसी स्थिति है कि मैं उगाता हूं और फर्टिलाइजर भरपूर डालता हूं, पेस्टिसाइड का भरपूर उपयोग करता हूं, और जो मैं अपने खेत में उत्पादन करता हूं वो दूसरों को बेचता हूं, लेकिन स्वयं उसका उपयोग नहीं करता। यह सच्चाई भी अब सामने आने लगी। उधर किसानों ने खेती मंत्री के बयान ते सख्त इतराज जताया ते पंजाब नूं बदनाम करने की कोशिश का इल्जाम लगाया ते याद दिवाया कि इसे पंजाब ने देश की भुखमरी दूर की सी। नरिंदर तोमर का बयान आना खेतीबाड़ी मंत्री का कि पंजाब के किसान जिहड़े है वो रसायनिक खादां ज़्यादा वरतदे आ, कैमिकल ज़्यादा पाउंदे आ, स्प्रेयां ज़्यादा करदे आ ते अपनी कणक आप नहीं खांदे। एक कोई साजिश है, ये पंजाब ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਕੋ ਕਿੱਡਾ ਵੱਡਾ ਪੰਜਾਬ ਤੇ ਇਲਜ਼ਾਮ ਖੇਤੀਬਾੜੀ ਮੰਤਰੀ ਸਾਹਿਬ ਲਾ ਰਹੇ ਆ। ਜਦੋਂ ਪੂਰਾ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਤਾਂ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਅਨਾਜ ਪੈਦਾ ਕਰਕੇ, ਔਰ ਅੱਜ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਅਨਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਕਈ ਕਿਸਾਨ ਆਰਗੈਨਿਕ ਖੇਤੀ ਦਾ ਵੀ ਰੁਖ ਕਰ ਰਹੇ ਨੇ, ਪਰ ਅਜੇ ਵੀ ਵੱਡੇ ਪੱਧਰ ਤੇ ਖੇਤੀ ਦੇ ਵਿੱਚ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ। ਪਰ ਰਸਾਇਣਾਂ ਤੋਂ ਗੁਰੇਜ਼ ਕਰਨ ਦੇ ਲਈ ਬਦਲ ਕੀ ਹੋਵੇ, ਇਸ ਵਾਸਤੇ ਕਿਸਾਨਾਂ ਦੇ ਨਾਲ-ਨਾਲ ਸਰਕਾਰਾਂ ਨੂੰ ਵੀ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਬਲਬੀਰ ਸਿੰਘ ਰਾਜੇਵਾਲ ਦੀ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ 1 ਕਰੋੜ ਰੁਪਇਆ ਮਿਲੇ। ਸਰਕਾਰ 1 ਕਰੋੜ ਦਾ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਵੀ ਦੇਵੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਖੁਦਕੁਸ਼ੀ ਕਰ ਲਈ। ਕਿਸਾਨਾਂ ਨੂੰ ਅਪੀਲ ਹੈ ਕਿ ਖੁਦਕੁਸ਼ੀਆਂ ਸਮੱਸਿਆ ਦਾ ਹੱਲ ਨਹੀਂ ਹੈ, ਖੁਦਕੁਸ਼ੀ ਦੀ ਥਾਂ ਸੰਘਰਸ਼ ਦਾ ਰਾਹ ਚੁਣਿਆ ਜਾਵੇ। ਇਹ ਬਲਬੀਰ ਸਿੰਘ ਰਾਜੇਵਾਲ ਅਪੀਲ ਕਰਦੇ ਨਜ਼ਰ ਆਏ। ਰਾਜੇਵਾਲ ਮਾਨਸਾ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੇ ਸਰਕਾਰ ਦੇ ਸਾਹਮਣੇ ਇਹ ਮੰਗ ਰੱਖੀ।
ਮੇਰੀ ਅਪੀਲ ਹੈ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੇ ਕਿਸਾਨ ਨੂੰ ਘੱਟੋ ਘੱਟ 15,000 ਰੁਪਏ ਪਰ ਏਕੜ ਐਕਸਗ੍ਰੇਸ਼ੀਆ ਗ੍ਰਾਂਟ ਦਿਓ, ਔਰ ਇਸੇ ਤਰ੍ਹਾਂ ਸੂਬੇ ਦੀ ਸਰਕਾਰ ਨੂੰ ਇਹ ਵੀ ਉਹਦੇ ਵਿੱਚ ਕੰਟਰੀਬਿਊਟ ਕਰੇ ਔਰ ਜਾ ਕੇ ਇਹ ਪੰਜਾਬ ਦੇ ਕਿਸਾਨਾਂ ਦਾ ਕੇਸ ਕੇਂਦਰ ਕੋਲ ਤੁਰੰਤ ਉਠਾਏ। ਇਹ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ। ਕਿਸਾਨ ਨੂੰ ਇਸ ਜਿਹੜਾ ਸੰਕਟ ਵਿੱਚ ਫਸਿਆ ਹੈ ਉਹਦੇ ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਮਾਨਸਿਕ ਤੌਰ ਤੇ ਵੀ ਜ਼ਰੂਰੀ ਹੈ, ਆਰਥਿਕ ਤੌਰ ਤੇ ਵੀ ਜ਼ਰੂਰੀ ਹੈ। ਤਾਂ ਮਾਨਸਾ ਦੇ ਵਿੱਚ ਇਹ ਮੰਗ ਕੀਤੀ ਗਈ ਕਿ 1 ਕਰੋੜ ਦਿੱਤਾ ਜਾਵੇ ਤੇ ਇਸ ਸਭ ਦੇ ਵਿਚਾਲੇ ਸੰਗਰੂਰ ਤੋਂ ਇੱਕ ਖਬਰ ਆਈ ਕਿਸਾਨ ਦੇ ਵੱਲੋਂ ਜੋ ਖੁਦਕੁਸ਼ੀ ਕੀਤੀ ਗਈ ਹੈ। ਦੁਲਟ ਲੌਂਗੋਵਾਲ ਦੇ ਭੋਲਾ ਸਿੰਘ ਨੇ ਖੁਦਕੁਸ਼ੀ ਕੀਤੀ ਹੈ। ਵਜ੍ਹਾ ਇਹ ਕਣਕ ਦਾ ਝਾੜ ਘੱਟ ਨਿਕਲਣਾ। 2 ਏਕੜ ਜ਼ਮੀਨ ਦਾ ਮਾਲਕ ਸੀ ਮ੍ਰਿਤਕ ਭੋਲਾ ਸਿੰਘ। 60,000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਠੇਕੇ ਦੇ ਉੱਤੇ ਜ਼ਮੀਨ ਲਈ ਹੋਈ ਸੀ। 14 ਏਕੜ ਜ਼ਮੀਨ ਦੇ ਲਈ 8 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਝਾੜ ਘੱਟ ਨਿਕਲਿਆ, ਪਰੇਸ਼ਾਨ ਸੀ ਤੇ ਮੌਤ ਨੂੰ ਗਲੇ ਲਗਾ ਲਿਆ। ਜੀ ਬਸ ਸਵੇਰੇ ਸੁਦਿਆਂ ਗਏ ਨੇ ਖੇਤ ਜਦੋਂ ਗਏ ਨੇ ਮੋਟਰ ਤੇ, ਉੱਥੇ ਇੱਕ ਛੋਟਾ ਜਿਹਾ ਦਰਖਤ ਹੈਗਾ ਜੀ ਅਮਰੂਦ ਦਾ ਜੀ। ਉੱਥੇ ਦੂਸਰੇ ਭਰਾ ਸਬਜ਼ੀ ਤੋੜਨ ਗਏ, ਭਰਾ ਦਾ ਮੁੰਡਾ ਜੀ, ਭਤੀਜਾ ਜੀ ਸਮਝ ਲਓ ਸਾਡਾ ਜੀ, 3 ਭਰਾ ਜੀ ਸੀ। ਉਹ ਜਦੋਂ ਉਹਨੇ ਦੱਸਿਆ, ਕਹਿੰਦਾ ਵੀ ਮੈਨੂੰ ਫੋਨ ਕਰਿਆ ਸਵੇਰੇ, ਮੈਂ ਘਰੇ ਸੀਗਾ ਤੇ ਮੈਂ ਨਹਾ ਕੇ ਹਟਿਆ ਸੀ। ਕਹਿੰਦਾ ਚਾਚਾ ਜੀ, ਕਹਿੰਦਾ ਕਿ ਵੀ ਚਾਚਾ ਜੀ, ਕਹਿੰਦਾ ਪਹਿਲਾਂ ਤਾਂ ਸਾਨੂੰ ਐਂ ਤੇ ਵੀ ਅਮਰੂਦ ਥੱਲੇ ਖੜੇ ਨੇ। ਫਿਰ ਉਹਨੇ ਜਦੋਂ ਲਵੇ ਜਾ ਕੇ ਦੇਖਿਆ, ਕਹਿੰਦਾ ਵੀ ਉਹਨੇ ਅਮਰੂਦ ਨਾਲ ਪਾਹਾ ਲੈ ਰੱਖਿਆ ਸੀ। ਪ੍ਰਾਈਮ ਟਾਈਮ ਦੇ ਵਿੱਚ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ।